ਤੁਸੀਂ ਕਿਉਂ ਛੋਟੇ ਕਿਸਾਨ ਨੂੰ ਖੱਜਲ ਖੁਆਰੀ 'ਚ ਪਾ ਰਹੇ ਹੈਗੇ ਹੋ ਕਿ ਪਹਿਲੇ ਉਹ ਵਪਾਰੀਆਂ ਨਾਲ ਲੜੀ ਜਾਵੇ, ਫਿਰ ਉਹ ਅਫਸਰਾਂ ਦੇ ਧੱਕੇ ਖਾਈ ਜਾਵੇ। ਜਿਹਦੇ ਕੋਲ 2 ਏਕੜ ਜ਼ਮੀਨ ਹੈ ਜਾਂ 3 ਏਕੜ ਜ਼ਮੀਨ ਹੈ, ਉਹਦੀ ਰੋਜ਼ੀ ਰੋਟੀ ਤਾਂ ਬੜੀ ਔਖੀ ਚੱਲਦੀ ਹੈ। ਉਹ ਕਿੱਥੇ ਐਸਡੀਐਮਾਂ ਦੇ ਦਫ਼ਤਰ 'ਚ ਧੱਕੇ ਖਾਊਗਾ, ਔਰ ਐਸਡੀਐਮਾਂ ਨੂੰ ਬਿਲਕੁਲ ਸਿਰ ਖੁਰਕਣ ਦੀ ਵਿਹਲ ਨਹੀਂ ਹੈਗੀ ਹੈ। ਉਹ ਇਹ ਕਿੱਥੋਂ ਰੌਲੇ ਸੁਲਝਾਉਂਦੇ ਰਹਿਣਗੇ। ਮੇਰੀ ਰਾਸ਼ਟਰਪਤੀ ਜੀ ਨੂੰ ਬੇਨਤੀ ਹੈ ਕਿ ਉਹ ਰਾਜ ਸਭਾ ਦੀ ਸਾਰੀ ਫੁਟੇਜ ਮੰਗਾ ਕੇ ਵੇਖਣ ਔਰ ਉਹ ਇਹਨਾਂ ਬਿੱਲਾਂ ਨੂੰ ਵਾਪਸ ਭੇਜਣ ਸੰਸਦ ਦੇ ਵਿੱਚ ਵਿਚਾਰ ਕਰਨ ਵਾਸਤੇ। ਨਹੀਂ ਤਾਂ ਕਰੋੜਾਂ ਕਿਸਾਨ ਹਿੰਦੁਸਤਾਨ ਦਾ ਸੜਕਾਂ 'ਤੇ ਆ ਕੇ ਇਸ ਕਾਨੂੰਨ ਦਾ ਵਿਰੋਧ ਕਰ ਰਿਹਾ ਔਰ ਉਹ ਵਿਰੋਧ ਵਧੇਗਾ। ਤੋਮਰ ਸਾਹਿਬ ਬਹੁਤ ਹਿੰਦੁਸਤਾਨ ਦੇ ਕਿਸਾਨਾਂ ਨਾਲ ਚਲਾਕੀ ਦੀ ਗੱਲ ਕਰ ਰਹੇ ਨੇ। ਕੇਂਦਰ ਸਰਕਾਰ ਇਹ ਕਾਨੂੰਨ ਕਿਉਂ ਨਹੀਂ ਵਾਪਸ ਦਿੰਦੀ, ਜਾਂ ਕੇਂਦਰ ਸਰਕਾਰ ਕਾਨੂੰਨ 'ਚ ਕਿਉਂ ਨਹੀਂ ਲਿਖਦੀ ਹੈਗੀ ਕਿ ਅਗਲੇ 10 ਸਾਲ ਤੱਕ MSP ਜਾਰੀ ਰਹੂਗੀ, ਪਬਲਿਕ ਪ੍ਰੋਕਿਉਰਮੈਂਟ ਜਾਰੀ ਰਹੂਗੀ, ਔਰ ਜੇ ਕੋਈ ਵੀ ਕਰਾਰ MSP ਤੋਂ ਘੱਟ ਹੁੰਦਾ ਹੈਗਾ, ਜਿਨ੍ਹਾਂ ਫਸਲਾਂ 'ਤੇ MSP ਦਿੱਤੀ ਜਾਂਦੀ ਹੈਗੀ ਹੈ, ਉਹ ਕਰਾਰ ਨਲ ਐਂਡ ਵੋਇਡ ਹੋਏਗਾ। ਉਹ ਬਿਲਕੁਲ ਉਹਦੀ ਕੋਈ ਮਾਨਤਾ ਨਹੀਂ ਹੋਊਗੀ। ਸਰਕਾਰ ਕਾਨੂੰਨ 'ਚ ਕਿਉਂ ਨਹੀਂ ਲਿਖ ਦਿੰਦੀ ਹੈਗੀ। ਫਿਰ ਜਿਹਨੇ ਕਾਨੂੰਨ ਬਣਾਏ ਨੇ, ਨਾ ਉਹਨੂੰ ਖੇਤੀਬਾੜੀ ਦੀ ਸਮਝ ਹੈ, ਨਾ ਉਹਨੂੰ ਖਿੱਤੇ ਦੀ ਸਮਝ ਹੈ, ਔਰ ਨਾ ਉਹਨੂੰ ਫਸਲ ਦੀ ਸਮਝ ਹੈ, ਨਾ ਉਹਨੂੰ ਮੰਡੀ ਦੀ ਸਮਝ ਹੈ, ਔਰ ਨਾ ਹੀ ਉਹਨੂੰ ਆੜ੍ਹਤੀ ਦੀ ਸਮਝ ਹੈ। ਬੁੱਧਵਾਰ ਨੂੰ ਸੰਸਦ ਦਾ ਮੌਨਸੂਨ ਇਜਲਾਸ ਖਤਮ ਹੋਇਆ, ਜਿਸ ਵਿੱਚ ਖੇਤੀਬਾੜੀ ਸੰਬੰਧਿਤ 3 ਬਿੱਲ ਪਾਸ ਹੋਏ ਨੇ। ਉਹ ਤਿੰਨਾਂ ਬਿੱਲ ਜਿਨ੍ਹਾਂ ਨੂੰ ਸਰਕਾਰ ਖੇਤੀਬਾੜੀ ਦੇ ਸੁਧਾਰ ਬਿੱਲ ਕਹਿ ਰਹੇ, ਉਹ ਵਿਵਾਦਾਂ ਦੇ ਘੇਰੇ ਹੇਠ ਨੇ। ਵਿਰੋਧੀ ਧਿਰਾਂ ਇਸ ਨੂੰ ਕਿਸਾਨਾਂ ਦਾ ਡੈਥ ਵਾਰੰਟ ਕਰਾਰ ਦੇ ਰਹੀਆਂ ਨੇ ਅਤੇ ਕਿਸਾਨ ਇਸ ਲਈ ਪੂਰੇ ਦੇਸ਼ 'ਚ ਰੋਚ ਨੇ। ਪੰਜਾਬ ਦਾ ਕਿਸਾਨ ਅੱਜ 3 ਦਿਨਾਂ ਦਾ ਉਹਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਅਸੀਂ ਅਜੀਤ ਵੈਬ TV ਲਈ ਇਸ ਲਈ ਇਹਦੇ ਪੱਖ ਅਤੇ ਵਿਰੋਧਤਾ ਜਾਣਨ ਲਈ ਅਸੀਂ ਇੱਕ ਚਰਚਾਵਾਂ ਦਾ ਦੌਰ ਸ਼ੁਰੂ ਕੀਤਾ ਹੈ। ਇਸੇ ਕੜੀ 'ਚ ਅੱਜ ਸਾਡੇ ਨਾਲ ਨੇ ਅਨੰਦਪੁਰ ਸਾਹਿਬ ਤੋਂ ਸਾਂਸਦ ਅਤੇ ਕਾਂਗਰਸੀ ਆਗੂ ਮਨੀਸ਼ ਤਿਵਾਰੀ ਜੀ। ਤਿਵਾਰੀ ਜੀ, ਸਭ ਤੋਂ ਪਹਿਲਾਂ ਮੇਰਾ ਜਿਹੜਾ ਸਵਾਲ ਤੁਹਾਡੇ ਕੋਲ ਹੈ ਕਿ ਜਦੋਂ ਕਿਸਾਨਾਂ ਨੂੰ ਲਈ ਹੈ ਜਿਹੜੇ ਬਦਲਾਅ ਲੈ ਕੇ ਆਏ ਨੇ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਵੀ ਇਹ ਬਦਲਾਅ ਦਾ ਇੱਕ ਦੌਰ ਸ਼ੁਰੂ ਹੋਇਆ, ਅਤੇ ਕੀ ਇਹ ਵਿਰੋਧ ਜਿਹੜਾ ਹੋ ਰਿਹਾ ਹੈ ਇਹ ਸਿਰਫ ਇਸ ਲਈ ਹੈ ਕਿਉਂਕਿ ਜਦੋਂ ਵੀ ਕਿਤੇ ਬਦਲਾਅ ਸ਼ੁਰੂ ਹੁੰਦਾ ਹੈ ਉਹਦਾ ਵਿਰੋਧ ਹੁੰਦਾ ਹੀ ਹੈ? ਤੁਸੀਂ ਜਿਹੜਾ ਸਵਾਲ ਪੁੱਛਿਆ ਹੈਗਾ ਉਹ ਬਹੁਤ ਹੀ ਵਾਜਿਬ ਸਵਾਲ ਹੈ, ਪਰ ਜਿਹੜੇ ਬਦਲਾਅ NDA ਭਾਜਪਾ ਸਰਕਾਰ ਲੈ ਕੇ ਆ ਰਹੀ ਹੈ, ਇਹ ਹਿੰਦੁਸਤਾਨਾਂ ਦੇ ਕਿਸਾਨਾਂ ਨੂੰ ਦੁਬਾਰਾ ਤੋਂ ਗੁਲਾਮ ਬਣਾਉਣ ਵਾਸਤੇ ਲੈ ਕੇ ਆ ਰਹੀ ਹੈ, ਔਰ ਇਹਦੇ ਵਾਸਤੇ ਪਿਛੋਕੜ ਜਾਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਆਜ਼ਾਦੀ ਦੀ ਲੜਾਈ ਲੜ ਰਹੇ ਸੀਗੇ ਤਾਂ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਦੇ ਆਵਾਮ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਰਾਜਨੀਤਿਕ ਆਜ਼ਾਦੀ ਦੇ ਨਾਲ ਨਾਲ ਅਸੀਂ ਆਰਥਿਕ ਆਜ਼ਾਦੀ ਵੀ ਦੇਵਾਂਗੇ, ਔਰ ਉਸ ਰਾਹ ਦੇ ਉੱਪਰ ਚੱਲਦੇ ਹੋਏ ਜਦੋਂ ਹਿੰਦੁਸਤਾਨ ਦੇ ਸੰਵਿਧਾਨ ਦੀ ਸੰਰਚਨਾ ਹੋਈ, ਡਾਕਟਰ ਬਾਬਾ ਸਾਹਿਬ ਅੰਬੇਡਕਰ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਨੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ। ਉਸ ਤੋਂ ਬਾਅਦ ਜਿਹੜੇ ਸਭ ਤੋਂ ਮਹੱਤਵਪੂਰਨ ਕਦਮ ਚੱਕੇ ਗਏ, ਸਭ ਤੋਂ ਜ਼ਰੂਰੀ ਕਦਮ ਚੱਕੇ ਗਏ, ਉਹ ਸੀਗੇ ਕਿ ਐਗਰੀਕਲਚਰ ਜਾਂ ਲੈਂਡ ਰਿਫਾਰਮ, ਕਿ ਜਿਹੜਾ ਕਾਸ਼ਤਕਾਰ ਹੈ ਉਹਨੂੰ ਜ਼ਮੀਨ ਮਿਲੇ, ਜਿਹੜਾ ਖਿੱਤਾ ਵਾਹੁੰਦਾ ਹੈਗਾ ਉਹ ਜ਼ਮੀਨ ਦਾ ਮਾਲਕ ਹੋਣਾ ਚਾਹੀਦਾ ਹੈ। ਔਰ ਇਸ ਲਈ ਜ਼ਮੀਨਦਾਰੀ ਅਬੋਲਿਸ਼ਨ ਐਕਟ ਲਿਆਇਆ ਗਿਆ। ਵੱਖ-ਵੱਖ ਸੂਬਿਆਂ ਦੇ ਵਿੱਚ ਜ਼ਮੀਨਦਾਰੀ ਨੂੰ ਹੋਰ ਨਾਮਾਂ ਨਾਲ ਬੁਲਾਇਆ ਜਾਂਦਾ ਸੀਗਾ, ਉੱਥੇ ਕਾਨੂੰਨ ਬਣਾਏ ਗਏ। ਔਰ ਕਿਉਂਕਿ ਉਦੋਂ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਰਾਈਟ ਟੂ ਪ੍ਰੋਪਰਟੀ ਸੀ, ਤਾਂ ਜਿਨ੍ਹਾਂ ਨੂੰ ਇਸ ਚੀਜ਼ ਦੀ ਸੇਕ ਲੱਗੀ, ਵੱਡੇ ਵੱਡੇ ਜ਼ਮੀਨਦਾਰਾਂ ਨੂੰ, ਉਹਨਾਂ ਨੇ ਉੱਚਤਮ ਨਿਆਲੇ ਸੁਪਰੀਮ ਕੋਰਟ 'ਚ ਇਹਨਾਂ ਕਾਨੂੰਨਾਂ ਨੂੰ ਚੁਣੌਤੀ ਦਿੱਤੀ। ਉੱਥੇ ਉਹ ਸਫਲ ਹੋਏ ਔਰ ਉਸ ਚੀਜ਼ ਨੂੰ ਦੁਬਾਰਾ ਤੋਂ ਠੀਕ ਕਰਨ ਵਾਸਤੇ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੀਤਾ ਗਿਆ। 9th ਸ਼ੈਡਿਊਲ ਸੰਵਿਧਾਨ ਦੇ ਵਿੱਚ ਪਾਇਆ ਗਿਆ, ਔਰ ਹਿੰਦੁਸਤਾਨ ਦੇ ਸੰਵਿਧਾਨ ਦੇ ਜਿਹੜੇ ਪਹਿਲੇ 15 ਸੰਸ਼ੋਧਨ 1950 ਤੋਂ ਲੈ ਕੇ 1965 ਤੱਕ ਕੀਤੇ ਨੇ, ਉਹਨਾਂ ਸਾਰਿਆਂ ਦਾ ਇੱਕੋ ਟੀਚਾ ਸੀਗਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਜ਼ਮੀਨ ਦਾ ਹੱਕ ਅਸੀਂ ਕਿਵੇਂ ਦੇ ਸਕਦੇ ਹੈਗੇ। ਔਰ ਬਹੁਤ ਹੀ ਮਿਹਨਤ ਨਾਲ ਹਿੰਦੁਸਤਾਨ ਦਾ ਜਿਹੜਾ ਗ੍ਰਾਮੀਣ ਇਲਾਕਾ, ਪੇਂਡੂ ਇਲਾਕਾ ਹੈ, ਪਿਛਲੇ 70 ਵਰ੍ਹਿਆਂ 'ਚ ਅਸੀਂ ਇੱਕ ਨਵੀਂ ਮਿਡਲ ਕਲਾਸ ਖੜੀ ਕੀਤੀ।
ਪਾਕਿਸਤਾਨ 'ਚੋਂ ਮਿਡਲ ਕਲਾਸ ਨਹੀਂ ਖੜੀ ਹੋਈ, ਪਾਕਿਸਤਾਨ 'ਚ ਲੈਂਡ ਰਿਫਾਰਮ ਹੋਇਆ ਨਹੀਂ, ਔਰ ਇਸ ਲਈ ਪਾਕਿਸਤਾਨ ਦੇ ਜਿਹੜਾ ਜਮਹੂਰੀਅਤ ਹੈ, ਲੋਕਤੰਤਰ ਹੈ, ਉਹ ਬਹੁਤ ਕਮਜ਼ੋਰ ਹੈ। ਤੋ ਜਿਵੇਂ ਪਹਿਲਾਂ ਜ਼ਮੀਨਦਾਰਾਂ ਦੇ ਗੁਲਾਮ ਹੁੰਦੇ ਸੀਗੇ ਕਿਸਾਨ, ਹੁਣ ਇਹ ਜਿਹੜੇ ਬਿੱਲ ਲੈ ਕੇ ਆਈ ਹੈ ਸਰਕਾਰ, ਇਹ ਜਿਹੜੇ ਕਾਨੂੰਨ ਇਹਨਾਂ ਨੇ ਪਾਰਿਤ ਕੀਤੇ ਨੇ ਗੈਰ ਸੰਵਿਧਾਨਿਕ ਤਰੀਕੇ ਨਾਲ, ਉਹਦੇ ਨਾਲ ਕਿਸਾਨਾਂ ਨੂੰ ਇਹ ਕਾਰਪੋਰੇਟਸ ਦੇ ਗੁਲਾਮ ਬਣਾਉਣਗੇ। ਮਨੀਸ਼ ਜੀ, ਤੁਹਾਡਾ ਮੰਨਣਾ ਹੈ ਕਿ ਇਹ ਜਿਹੜੇ ਨਵੇਂ ਬਦਲਾਅ ਵਾਲੇ ਕਾਨੂੰਨ ਆਏ ਨੇ, ਇਹਨਾਂ ਨਾਲ ਕਿਸਾਨ ਜਿਹੜੇ ਗੁਲਾਮ ਬਣ ਜਾਣਗੇ, ਪਰ ਇਤਰਾਜ਼ ਸਾਨੂੰ ਤਿੰਨਾਂ ਬਿੱਲਾਂ 'ਤੇ ਹੈ। ਮੈਂ ਕਿਉਂਕਿ ਤੁਸੀਂ ਕਾਨੂੰਨ ਦੇ ਮਾਹਿਰ ਵੀ ਹੋ, ਮੈਂ ਇੱਕ ਇੱਕ ਕਰਕੇ ਤੁਹਾਡੇ ਤੋਂ ਇਹ ਬਿੱਲਾਂ ਬਾਰੇ ਥੋੜ੍ਹਾ ਜਿਹਾ ਨੁਕਤੇ, ਜਿਹੜੇ ਇਤਰਾਜ਼ਯੋਗ ਨੁਕਤੇ, ਉਹਨਾਂ ਬਾਰੇ ਪੁੱਛਾਂਗੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਜਿਹੜੇ ਵਪਾਰ ਅਤੇ ਸਨਅਤ ਬਾਰੇ ਬਿੱਲ ਹੈ, ਉਹਦੇ 'ਚ ਕੀ ਇਤਰਾਜ਼ਯੋਗ ਨੁਕਤੇ ਨੇ? ਦੇਖੋ, ਇੱਦਾਂ ਹੈ ਕਿ ਇਹ ਜਿਹੜਾ ਵਪਾਰ ਵਾਲਾ ਜਾਂ ਕੰਟਰੈਕਟ ਫਾਰਮਿੰਗ ਵਾਲਾ ਜਿਹੜਾ ਬਿੱਲ, ਜਿਹੜਾ ਆਪਣਾ ਵਪਾਰ ਵਾਲਾ ਬਿੱਲ ਲੈ ਕੇ ਆਏ ਨੇ, ਉਹਦੇ 'ਚ ਸਰਕਾਰ ਕੀ ਕਹਿ ਰਹੀ ਹੈ? ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੇ ਮੰਡੀਆਂ ਨੇ, ਮੰਡੀਆਂ ਤੋਂ ਬਾਹਰ ਕਿਸਾਨ ਤੋਂ ਜਿਹੜੇ ਵਪਾਰੀ ਨੇ ਉਹ ਸਿੱਧਾ ਖਰੀਦ ਕਰ ਸਕਣਗੇ, ਔਰ ਜੇ ਉਹ ਸਿੱਧੀ ਖਰੀਦ ਦੇ ਉੱਪਰ ਨਾ ਤਾਂ ਮੰਡੀ ਟੈਕਸ ਦੇਣਾ ਪਊਗਾ, ਨਾ ਬਾਕੀ ਤੁਹਾਨੂੰ ਜਿਹੜੇ ਸਟੇਟ ਦੇ ਟੈਕਸਿਸ ਨੇ ਉਹ ਸਟੇਟ ਦੇ ਟੈਕਸਿਸ ਦੇਣੇ ਪੈਣਗੇ। ਉਹਦੇ ਨਾਲ ਹੋਊਗਾ ਕੀ? ਉਹਦੇ ਨਾਲ ਹੋਊਗਾ ਕਿ ਜਿਹੜੀ ਪਬਲਿਕ ਪ੍ਰੋਕਿਉਰਮੈਂਟ ਸਿਸਟਮ ਹੈ, ਉਹ ਪਬਲਿਕ ਪ੍ਰੋਕਿਉਰਮੈਂਟ ਸਿਸਟਮ ਔਰ MSP ਇਸ ਮੁਲਕ ਦੇ ਵਿੱਚ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਏਗੀ। 1974 ਜਦੋਂ ਹਰਿਤ ਕ੍ਰਾਂਤੀ ਆਈ ਤਾਂ ਇਸ ਮੁਲਕ ਦੇ ਵਿੱਚ ਅਸੀਂ ਇੱਕ ਰਵਾਇਤ ਪਾਈ ਕਿ FCI ਦੇ ਮਾਰਫਤ, ਔਰ FCI ਸਟੇਟ ਦੀ ਏਜੰਸੀਆਂ ਨੂੰ ਕਹਿੰਦੀ ਹੈ, ਜਿਵੇਂ ਪਨਗ੍ਰੇਨ ਹੋ ਗਿਆ ਜਾਂ ਪੰਜਾਬ ਐਗਰੋ ਹੋ ਗਿਆ, ਕਿ ਤੁਸੀਂ ਕਿਸਾਨਾਂ ਤੋਂ ਸਿੱਧੀ ਖਰੀਦ ਕਰੋ, ਔਰ ਉਸ ਖਰੀਦ ਦੇ ਉੱਪਰ MSP 'ਤੇ ਕਿਸਾਨਾਂ ਨੂੰ ਪੇਮੈਂਟ ਕੀਤੀ ਜਾਂਦੀ ਹੈਗੀ ਹੈ, ਉਹਨਾਂ ਦੇ ਫਸਲ ਦਾ ਮੁੱਲ ਦਿੱਤਾ ਜਾਂਦਾ ਹੈਗਾ। ਹੁਣ ਸਰਕਾਰ ਨੇ ਕਿਤੇ ਕਾਨੂੰਨ 'ਚ ਇਹ ਨਹੀਂ ਕਿਹਾ ਹੈਗਾ ਕਿ ਅਸੀਂ ਪਬਲਿਕ ਪ੍ਰੋਕਿਉਰਮੈਂਟ ਜਾਰੀ ਰੱਖਾਂਗੇ। FCI ਦੇ ਸਿਰ ਦੇ ਉੱਪਰ 3,25,000 ਕਰੋੜ ਦਾ ਕਰਜ਼ਾ ਹੈਗਾ। FCI ਆਪਣੇ ਵਿਆਜ ਦੀ ਕਿਸ਼ਤਾਂ ਨਹੀਂ ਦੇ ਸਕ ਰਹੀ ਹੈ, ਔਰ ਜੇ ਪਬਲਿਕ ਪ੍ਰੋਕਿਉਰਮੈਂਟ ਖਤਮ ਹੋ ਜਾਏਗੀ, ਜੇ FCI ਖਰੀਦੇਗੀ ਨਹੀਂ, ਤਾਂ ਜੇ ਸਰਕਾਰ ਕਹਿੰਦੀ ਵੀ ਰਹੇ ਕਿ ਜੀ ਅਸੀਂ MSP ਜਾਰੀ ਰੱਖਾਂਗੇ, ਉਸ MSP ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ। ਔਰ ਜਦੋਂ 65% ਹਿੰਦੁਸਤਾਨ ਦੀ ਆਬਾਦੀ 90 ਕਰੋੜ ਕਿਸਾਨ ਜਾਂ ਕਿਸਾਨੀ ਖੇਤੀਬਾੜੀ 'ਤੇ ਨਿਰਭਰ ਹੈਗੀ ਹੈ, ਤੁਸੀਂ ਅੰਦਾਜ਼ਾ ਲਗਾਓ ਜਦੋਂ ਲੱਖਾਂ ਕੰਟਰੈਕਟ ਸਾਈਨ ਹੋਣਗੇ ਤਾਂ ਸਰਕਾਰ ਕੋਲ ਇਹੋ ਜਿਹਾ ਕਿਹੜਾ ਤਰੀਕਾ ਹੈ ਕਿ ਉਹਨਾਂ ਨੂੰ ਮੋਨੀਟਰ ਕਰ ਲੇਗੀ ਕਿ ਬਈ ਉਹਨਾਂ ਨੂੰ ਪੇਮੈਂਟ ਕਿਸਾਨ ਨੂੰ MSP 'ਤੇ ਕੀਤੀ ਜਾ ਰਹੀ ਹੈ ਜਾਂ MSP ਤੋਂ ਵੱਧ ਕੀਤੀ ਜਾ ਰਹੀ ਹੈ। ਹੁਣ ਤੁਸੀਂ ਸਪੋਜ਼ ਕਰੋ ਕਿ ਤੁਸੀਂ ਖਰੀਦਦਾਰ ਹੋ, ਮੈਂ ਕਿਸਾਨ ਹਾਂ, ਤੁਸੀਂ ਮੈਨੂੰ ਆ ਕੇ ਕਹੋ ਕਿ ਬਈ ਤੇਰੀ ਫਸਲ ਮੈਂ ਅਗਲੇ 5 ਸਾਲ ਵਾਸਤੇ ਖਰੀਦਣ ਨੂੰ ਤਿਆਰ ਹੈ, ਤੂੰ MSP ਤੋਂ ਮੈਨੂੰ 30% ਘੱਟ ਰੇਟ 'ਤੇ ਦੇ ਦੇ। ਮੈਂ ਇਹ ਸੋਚੂੰਗਾ ਕਿ ਬਈ 5 ਸਾਲ ਦੀ ਜੇ ਮੈਨੂੰ ਗਰੰਟੀ ਮਿਲਦੀ ਹੈ, ਮੈਂ ਚਲੋ ਮੈਨੂੰ 30% ਰੇਟ ਘੱਟ ਵੀ ਮਿਲਦਾ ਹੈਗਾ ਤਾਂ ਮੈਂ ਆਪਣੀ ਫਸਲ ਔਰ ਜਾਂ ਤੁਹਾਡੇ ਨਾਲ ਕਰਾਰ ਕਰ ਲੂँਗਾ। ਸੋ ਇਸ ਲਈ ਉਹ ਤਾਂ ਇੱਕ ਪ੍ਰਾਈਵੇਟ ਕੰਟਰੈਕਟ ਹੋਊਗਾ। ਪ੍ਰਾਈਵੇਟ ਕੰਟਰੈਕਟ ਦੇ ਵਿੱਚ MSP ਕਿਵੇਂ ਲਾਗੂ ਹੋਊਗੀ? ਕਿਉਂਕਿ ਜਿਹੜਾ ਵਿਧੇਇਕ ਹੈਗਾ ਜਾਂ ਜਿਹੜਾ ਕਾਨੂੰਨ ਹੈ, ਉਹਦੇ 'ਚ ਤਾਂ ਕਿਤੇ ਨਹੀਂ ਲਿਖਿਆ ਕਿ ਇੱਕ ਫਲੋਰ ਪ੍ਰਾਈਸ ਹੋਊਗੀ। ਉਸ ਫਲੋਰ ਪ੍ਰਾਈਸ ਤੋਂ ਥੱਲੇ ਜੇ ਕੋਈ ਵੀ ਕਰਾਰ ਕੀਤਾ ਜਾਊਗਾ ਉਹ ਨਲ ਐਂਡ ਵੋਇਡ ਹੋਊਗਾ, ਉਹ ਇਨਵੈਲਿਡ ਹੋਊਗਾ। ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ। ਤਾਂ ਇਸ ਲਈ ਇਹ ਜਿਹੜਾ ਕਾਨੂੰਨ ਲਿਆਇਆ ਗਿਆ ਹੈ ਕਿ ਮੰਡੀਆਂ ਤੋਂ ਬਾਹਰ, ਚਾਹੇ ਇਲੈਕਟ੍ਰੋਨਿਕ ਪਲੇਟਫਾਰਮਸ ਦੇ ਰਾਹੀਂ, ਚਾਹੇ ਫਿਜ਼ੀਕਲੀ ਨਿੱਜੀ ਵਪਾਰੀ ਸਿੱਧਾ ਕਿਸਾਨ ਤੋਂ ਫਸਲ ਖਰੀਦ ਸਕਦਾ ਹੈਗਾ। ਇਹਦਾ ਸਿਰਫ ਇੱਕ ਉਦੇਸ਼ ਹੈ, ਪਬਲਿਕ ਪ੍ਰੋਕਿਉਰਮੈਂਟ ਸਿਸਟਮ ਔਰ MSP ਇਸ ਮੁਲਕ 'ਚੋਂ ਖਤਮ ਕਰਨਾ। ਤੁਸੀਂ ਬਾਰ-ਬਾਰ ਇਹ ਕਹਿ ਰਹੇ ਹੋ ਕਿ ਬਈ ਇਹਦੇ 'ਚ ਉਹਨਾਂ ਨੇ MSP ਖਤਮ ਕਰਨ ਦਾ ਉਹਨਾਂ ਦੀ ਇਹ ਇੱਕ ਕੋਸ਼ਿਸ਼ ਹੈ। ਜਦੋਂ ਇਹੀ ਸਵਾਲ ਮੈਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਕੋ ਪੁੱਛਿਆ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ MSP ਕਦੇ ਵੀ ਕਾਨੂੰਨ ਦਾ ਹਿੱਸਾ ਨਹੀਂ ਰਿਹਾ। ਇਹ ਇੱਕ ਪ੍ਰਸ਼ਾਸਨਿਕ ਫੈਸਲਾ ਹੈ ਜੋ ਲਾਗੂ ਸੀ ਅਤੇ ਹੁਣ ਵੀ ਲਾਗੂ ਹੁੰਦਾ ਰਹੇਗਾ। ਉਪਮਾ ਜੀ, ਦੇਖੋ, ਤੋਮਰ ਸਾਹਿਬ ਬਹੁਤ ਹਿੰਦੁਸਤਾਨ ਦੇ ਕਿਸਾਨਾਂ ਨਾਲ ਚਲਾਕੀ ਦੀ ਗੱਲ ਕਰ ਰਹੇ ਨੇ। ਪੈਸੇ ਤਾਂ ਦਿੱਤੇ ਜਾਣਗੇ ਨਾ ਜਦੋਂ ਫਸਲ ਖਰੀਦੀ ਜਾਊਗੀ। ਜੇ ਫਸਲ ਖਰੀਦੀ ਨਹੀਂ ਜਾਊਗੀ ਤਾਂ ਪੈਸੇ ਚਾਹੇ MSP ਹੋਵੇ ਜਾਂ ਕੋਈ ਹੋਰ ਸਟੇਟ ਐਡਮਿਨਿਸਟਰਡ ਪ੍ਰਾਈਸ ਹੋਵੇ, ਉਹ ਤਾਂ ਦੇਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈਗਾ। ਅਤੇ ਇਸ ਲਈ ਸਰਕਾਰ ਨੇ ਹੁਣ ਤੱਕ ਕੀ ਕਿਹਾ ਹੈ?
कि जी MSP जारी रहेगी। सरकार ने हुण तक एक बयान दिता हैगा कि पब्लिक प्रोक्योरमेंट जारी रहूगा, कि जिमें FCI पहला खरीद करती रही है, किते तो डायरैक्टली खरीद करती है, किते वो ਜਿਹੜੀਆਂ स्टेट के अधारे ने, सूबे के अधारे ने, सूबे के अधारियां दे राही खरीद करती हैगी है। एक बयान सरकार वालों ना संसद दे विच ना संसद दे बाहर आया है कि ये पब्लिक प्रोक्योरमेंट सिस्टम जिहड़ी खरीदारी दी व्यवस्था है जिहड़ी 1974 तो चल रही है, जिहदा सब तो केंद्र बिंदु जिहदा सब तो बुनियादी पहिया फूड कॉरपोरेशन ऑफ इंडिया है, वो पब्लिक प्रोक्योरमेंट जारी रहूगी। ये बयान नहीं आया है। बयान सिर्फ इन्ना आया है कि MSP जारी रहूगी। MSP ਤਾਂ ਤੁਸੀਂ किसान ਨੂੰ ਦਿਓਗੇ ਜੇ ਉਸ ਤੋਂ ਖਰੀਦੋਗੇ। ਦੂਜੀ ਗੱਲ ਜਿਹੜੀ ਬਹੁਤ ਹੀ ਜ਼ਰੂਰੀ ਹੈ, ਇਹ ਜਿਹੜੇ ਕਾਨੂੰਨ ਪਾਰਿਤ ਕੀਤੇ ਗਏ ਨੇ ਇਹ ਗੈਰ ਸੰਵਿਧਾਨਿਕ ਨੇ, ਕਿਉਂਕਿ ਕ੍ਰਿਸ਼ੀ ਦਾ ਜਿਹੜਾ ਖੇਤਰ ਹੈ ਉਹ ਸੂਬੇ ਸਰਕਾਰਾਂ ਦੇ ਅਧੀਨ ਹੈ। ਉਹ ਸੂਬੇ ਸਰਕਾਰਾਂ ਦੇ ਮਾਰਫਤ ਉਸ 'ਤੇ ਕਾਨੂੰਨ ਬਣਦੇ ਨੇ। ਕੇਂਦਰ ਸਰਕਾਰ ਨੂੰ ਕੋਈ ਹੱਕ ਨਹੀਂ ਹੈ। केंद्र सरकार कोले कोई कॉन्स्टिट्यूशनल पावर नहीं है, कोई संविधानिक अख्तियार नहीं है कि वो कानून बना सकन। तो इसलिए ये जिहड़े तीनों विधेयक ने या तीनों जिहड़े कानून ने ये तीनों गैर संविधानिक ने। हिंदुस्तान की जिहड़ी संविधानिक व्यवस्था है वो नाल खिलवाड़ करते हैं और संघीय ढांचे ते ये सीधा सीधा हथौड़ा लेके केंद्र सरकार का वार है। ਤੁਸੀਂ ਬੜੇ ਤਿੱਖੇ ਲਫ਼ਜ਼ਾਂ 'ਚ ਕਹਿ ਰਹੇ ਹੋ ਕਿ ਇਹ ਜਿਹੜੇ ਕਾਨੂੰਨ ਹੈ ਇਹ ਗੈਰ ਸੰਵਿਧਾਨਿਕ ਹੈ, ਪਰ ਉਹਨਾਂ ਨੇ ਕਿਹਾ ਕਿ ਅਸੀਂ ਸਟੇਟ APMC ਐਕਟ ਤਾਂ ਛੇੜ ਹੀ ਨਹੀਂ ਰਹੇ, ਅਸੀਂ ਸਟੇਟਾਂ ਨਾਲ ਤਾਂ ਕੁਝ ਕਰ ਹੀ ਨਹੀਂ ਰਹੇ। ਸਾਡਾ ਜਿਹੜਾ ਹੈ ਉਹ ਇੰਟਰ ਸਟੇਟ ਲੈਵਲ 'ਤੇ ਅਸੀਂ ਜਿਹੜਾ ਇਹ ਲੈ ਕੇ ਆਏ ਹਾਂ ਤਾਂ ਕਿ ਜਿਹੜੀ ਆਵਾਜਾਈ ਹੈ ਉਹ ਉਹਨਾਂ ਦੀ ਸਮੂਥ ਹੋ ਸਕੇ, ਸੁਖਾਲੀ ਹੋ ਸਕੇ, ਕਿਸਾਨਾਂ ਨੂੰ ਬਿਹਤਰ ਵਿਕਲਪ ਮਿਲ ਸਕਣ। ਮਤਲਬ ਇਹ ਸਰਕਾਰ ਦੇ ਦਲੀਲ ਹੈ। ਉਪਮਾ ਜੀ, ਸਰਕਾਰ ਬਹੁਤ ਅਦਬ ਔਰ ਸਤਿਕਾਰ ਨਾਲ ਮੈਂ ਇਹ ਗੱਲ ਕਹਿ ਰਿਹਾ, ਝੂਠ ਬੋਲ ਰਹੀ, क्योंकि उस बिल च किते ये नहीं लिखिया कि ये सिर्फ इंटर स्टेट ट्रेड नाल संबंधित है, उहदे च इंट्रा स्टेट ट्रेड भी लिखिया होया। पर बुनियादी गल ये इंटर स्टेट और इंट्रा स्टेट ट्रेड की नहीं है। बुनियादी गल जिहड़ी है कि कृषि नाल जुड़े हुए, खेतीबाड़ी नाल जुड़े हुए जिहड़े कानून बनाउण दा अख्तियार है वो सिर्फ सूबे की सरकार कोले है। और जे केंद्र की सरकार किसी होर कानून का दुरुपयोग करके कृषि के कानून बनाने की कोशिश करती है या यहो जे कानून बनाती है जिसका असर खेतीबाड़ी ते पैंदा हैगा, वो पूरी तरह गैर संविधानिक ने। एक मैं तुहानूं गल होर कहदा, जिस तरह राज सभा दे विच ये विधेयक पारित किए गए, ये तो कंप्लीटली अनकॉन्स्टिट्यूशनल है। हिंदुस्तान के संविधान की धारा 100 ये कहती है कि हर कानून ते फैसला डिवीजन राही होएगा, मतलब वोट पेगी, और हर मैंबर का अख्तियार है कि वो किसी भी विधेयक के उपर किसी भी कानून के उपर डिवीजन मंग सकता हैगा। और जदों डिवीजन मंगी गई वो डिवीजन डिप्टी चेयरमैन ने अलाउ नहीं की और वॉइस वोट नाल कानून पास किए गए। और ये वॉइस वोट किते संविधान च नहीं लिखा गया कि वॉइस वोट नाल तुसी कानून पास कर सकते हो। एक संसदीय परंपरा हैगी है कि जे ओपोजिशन या विरोधी धड़ा ना इंसिस्ट करे कि बई तुसी डिवीजन कराओ तो वॉइस वोट नाल बिल पास हो जाते हैं। पर जे एक भी मैंबर डिवीजन मंग ले, और इत्थे तो 100 मैंबर डिवीजन मंग रहे थे, तो इसलिए जिस तरह ये कानून पारित किया गया है वो भी पूरी तरह गैर संविधानिक है। सो दो गल्लां ने, ना केंद्र सरकार को अख्तियार से ये कानून बनाउण दे, और ना ही जिस तरीके नाल ये कानून पास किए गए ने वो संविधानिक तौर तरीके नाल कीते गए ने। अजे तक तो राष्ट्रपति ने इन्हां ते हस्ताक्षर नहीं किए हैगे। मेरी राष्ट्रपति जी नूं बेनती है कि वो राज सभा की सारी फुटेज मंगा के वेखण और वो इन्हां बिलों नूं वापस भेजण संसद दे विच विचार करन वास्ते, नहीं तो करोड़ों किसान हिंदुस्तान दा सड़कां ते आके इस कानून का विरोध कर रहा और वो विरोध वधेगा। थोड़ा जिहा ਉਹਦੇ ਬਾਰੇ ਵੀ ਸਮਝਾਓ। ਹੈ ਜਿਹੜਾ ਦੂਜਾ ਬਿੱਲ ਹੈ ਕੀਮਤ ਦੇ ਭਰੋਸੇ ਨੂੰ ਲੈ ਕੇ, ਜੋ ਕਿ ਕੰਟਰੈਕਟ ਫਾਰਮਿੰਗ ਨਾਲ ਹੈ, ਤੇ ਉਸ ਦੇ ਨਾਲ ਹੀ ਸੰਖੇਪ 'ਚ ਉਹ ਵੀ ਦੱਸ ਦਿਓ ਐਸੈਂਸ਼ੀਅਲ ਕਮੋਡਿਟੀ ਨੂੰ ਲੈ ਕੇ। ਉੱਪਰ ਜੀ ਇੱਦਾਂ ਹੈ, ਕੰਟਰੈਕਟ ਫਾਰਮਿੰਗ ਵਾਲਾ ਜਿਹੜਾ ਬਿੱਲ ਹੈ ਉਹ ਕੀ ਕਹਿੰਦਾ ਹੈ? ਉਹ ਕਹਿੰਦਾ ਹੈ ਕਿ ਜੀ
ਵਪਾਰੀ ਔਰ ਜਿਹੜਾ ਕਿਸਾਨ ਹੈ ਉਹਦੇ ਵਿੱਚ ਕਰਾਰ ਹੋਊਗਾ ਔਰ ਉਹ ਜੋ ਆਪਸ 'ਚ ਕਰਾਰ ਕਰਨਗੇ APMC ਦੇ ਬਾਹਰ ਉਹਨਾਂ ਨੂੰ ਜਾਂ ਮੰਡੀਆਂ ਤੋਂ ਬਾਹਰ ਉਹ ਫਸਲ ਖਰੀਦੀ ਜਾਊਗੀ। ਹੁਣ ਲੱਖਾਂ ਇੱਕ ਕਰਾਰ ਹੋਣਗੇ ਪੂਰੇ ਮੁਲਕ ਦੇ ਵਿੱਚ। ਹੁਣ ਕੇਂਦਰ ਸਰਕਾਰ ਕੋਲ ਕਿਹੜਾ ਜ਼ਰੀਆ ਹੈ ਇਸ ਚੀਜ਼ ਨੂੰ ਮੋਨੀਟਰ ਕਰਨ ਦਾ ਕਿ ਉਹ ਕਰਾਰ ਜਿਹੜੇ ਕੀਤੇ ਜਾ ਰਹੇ ਨੇ ਉਹ MSP ਤੋਂ ਉੱਪਰ ਕੀਤੇ ਜਾ ਰਹੇ ਨੇ। ਦੂਜਾ, ਜੇ ਕਿਤੇ ਰੌਲਾ ਪੈ ਗਿਆ ਕਿਸਾਨ ਦਾ ਔਰ ਵਪਾਰੀ ਦਾ ਤਾਂ ਉਹ ਕਹਿੰਦੇ ਜੀ SDM ਕੋਲ ਤੁਸੀਂ ਜਾਓਗੇ, SDM ਕਹਿੰਦੇ ਪੰਚਾਇਤੀ ਕਰੂਗਾ, 5 ਬੰਦਿਆਂ ਦੀ ਪੰਚਾਇਤ ਬਣਾਊਗਾ, ਪੰਚਾਇਤ ਫੈਸਲਾ ਕਰੂਗੀ। ਉਸ ਤੋਂ ਬਾਅਦ ਜੇ ਫਿਰ ਵੀ ਕੋਈ ਖੁਸ਼ ਨਹੀਂ ਹੈ ਤਾਂ ਉਹਦੀ ਅਪੀਲ ਪਾਊਗਾ। ਜਿਹਦੇ ਕੋਲ 2 ਏਕੜ ਜ਼ਮੀਨ ਹੈ ਜਾਂ 3 ਏਕੜ ਜ਼ਮੀਨ ਹੈ ਉਹਦੀ ਰੋਜ਼ੀ ਰੋਟੀ ਤਾਂ ਬੜੀ ਔਖੀ ਚੱਲਦੀ ਹੈ। ਉਹ ਕਿੱਥੇ SDMਾਂ ਦੇ ਦਫ਼ਤਰ 'ਚ ਧੱਕੇ ਖਾਊਗਾ ਔਰ SDMਾਂ ਨੂੰ ਬਿਲਕੁਲ ਸਿਰ ਖੁਰਕਣ ਦੀ ਵੇਲ ਨਹੀਂ ਹੈਗੀ ਹੈ। ਉਹ ਇਹ ਕਿੱਥੋਂ ਰੌਲੇ ਸੁਲਝਾਉਂਦੇ ਰਹਿਣਗੇ। ਔਰ ਜਿਹੜਾ ਛੋਟਾ ਕਿਸਾਨ ਹੈ ਹਿੰਦੁਸਤਾਨ ਦੀ ਜਿਸ ਤਰ੍ਹਾਂ ਦੀ ਨੌਕਰਸ਼ਾਹੀ ਹੈ, SDM ਦੇ ਕਮਰੇ 'ਚ ਵੜਨਾ ਕਿਸੇ ਆਮ ਆਦਮੀ ਵਾਸਤੇ ਕੋਈ ਆਸਾਨ ਗੱਲ ਹੈ। SDM ਤਾਂ ਤਹਿਸੀਲ ਦਾ ਮਾਲਕ ਹੁੰਦਾ ਹੈਗਾ। ਉਹ ਤਾਂ ਇੱਦਾਂ ਕਈ SDM ਬਿਹੇਵ ਕਰਦੇ ਨੇ ਜਿਵੇਂ ਉਹ ਬਿਲਕੁਲ ਆਪਣੀ ਰਿਆਸਤ ਦੇ ਰਾਜੇ ਨੇ। ਤਾਂ ਉਹ ਤੁਸੀਂ ਕਿਉਂ ਛੋਟੇ ਕਿਸਾਨ ਨੂੰ ਖੱਜਲ ਖੁਆਰੀ 'ਚ ਪਾ ਰਹੇ ਹੈਗੇ ਹੋ ਕਿ ਪਹਿਲੇ ਉਹ ਵਪਾਰੀਆਂ ਨਾਲ ਲੜੀ ਜਾਵੇ, ਫਿਰ ਉਹ ਅਫਸਰਾਂ ਦੇ ਧੱਕੇ ਖਾਈ ਜਾਵੇ? ਕਿਉਂਕਿ ਤੁਸੀਂ ਜਿਹੜੇ ਵੱਡੇ ਕਾਰਪੋਰੇਟ ਨੇ, ਵੱਡੀਆਂ ਕੰਪਨੀਆਂ ਨੇ, ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਕਿ ਉਹ ਕਿਸਾਨਾਂ ਤੋਂ 1000 10 ਹਜ਼ਾਰ 50 ਹਜ਼ਾਰ ਏਕੜ ਜ਼ਮੀਨ ਕੰਟਰੈਕਟ 'ਤੇ ਲੈ ਕੇ ਔਰ ਫਿਰ ਕਿਆ ਕਹਿੰਦੇ ਨੇ ਕਿਸਾਨਾਂ ਨੂੰ ਉਹ ਬਲੈਕਮੇਲ ਕਰਨ ਕਿ ਬਈ ਜੋ ਅਸੀਂ ਤੁਹਾਨੂੰ ਰੇਟ ਦੇ ਰਹੇ ਹਾਂ ਉਹ ਰੇਟ ਤੁਸੀਂ ਕਬੂਲ ਕਰੋ, ਨਹੀਂ ਤਾਂ ਫਿਰ ਤੁਹਾਡੀ ਆਪਣੀ ਮਰਜ਼ੀ। ਸੋ ਇਸ ਲਈ ਇਹ ਜਿਹੜੀ ਇੱਕ ਵਿਵਸਥਾ 1947 ਤੋਂ ਲੈ ਕੇ 2020 ਤੱਕ ਬਣੀ ਹੈ, ਜਿਹਦੇ ਨਾਲ ਮੁਲਕ ਦੀ ਕਿਸਾਨੀ ਵਧੀ ਹੈ, ਉਹਨੂੰ ਬਿਲਕੁਲ ਤਹਿਸ ਨਹਿਸ ਕਰਨ ਦਾ, ਉਹਨੂੰ ਸੱਤਿਆਨਾਸ਼ ਕਰਨ ਦਾ ਇਹ ਇੱਕ ਮਨਸੂਬਾ ਹੈ ਔਰ ਸ਼ਡਯੰਤਰ ਹੈ। ਔਰ ਇਸ ਸ਼ਡਯੰਤਰ ਨੂੰ ਬਹੁਤ ਹੀ ਪੁਰਜ਼ੋਰ ਤਰੀਕੇ ਨਾਲ, ਬਹੁਤ ਹੀ ਬੁਲੰਦ ਤਰੀਕੇ ਨਾਲ ਕਿਸਾਨਾਂ ਨੂੰ ਔਰ ਜਿੰਨੇ ਪ੍ਰਗਤੀਸ਼ੀਲ ਲੋਕ ਨੇ, ਜਿਹੜੇ ਠੀਕ ਸੋਚਣ ਵਾਲੇ ਲੋਕ ਨੇ, ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ। ਵਿਰੋਧ ਹੋ ਰਿਹਾ, ਸੜਕਾਂ 'ਤੇ ਵੀ ਹੈ, ਸੰਸਦ 'ਚ ਵੀ ਹੋਇਆ, ਹੁਣ ਅੱਗੋਂ ਪਾਰਟੀਆਂ ਵੱਲੋਂ ਵੀ ਆਪਣੀ ਰਣਨੀਤੀ ਉਲੀਕੀ ਜਾ ਰਹੀ ਹੈ। ਪਰ ਜਦੋਂ ਹੁਣ ਇਹ ਦੋਨਾਂ ਸਦਨਾਂ 'ਚੋਂ ਪਾਸ ਹੋ ਚੁੱਕਾ ਹੈ ਤਾਂ ਇੱਕ ਸੁਝਾਵਾਂ ਦਾ ਦੌਰ ਵੀ ਚੱਲ ਰਿਹਾ ਹੈ, ਕਿਉਂਕਿ ਐਸੇ ਹੀ ਰਾਜ ਸਭਾ 'ਚ ਬਹਿਸ ਦੇ ਦੌਰਾਨ ਹੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇੱਕ ਸੁਝਾਅ ਦਿੱਤਾ ਸੀ ਕਿ 371A ਦੇ ਤਹਿਤ ਕੇਂਦਰ ਸਰਕਾਰ ਇਹਨਾਂ ਨੂੰ ਛੋਟ ਦੇ ਸਕਦੀ ਹੈ, ਪੰਜਾਬ ਅਤੇ ਹਰਿਆਣਾ ਨੂੰ ਵਿਸ਼ੇਸ਼ ਤੌਰ 'ਤੇ। ਅਤੇ ਇੱਕ ਸੁਝਾਅ ਕੱਲ੍ਹ ਸਰਦਾਰ ਬਾਜਵਾ ਜੀ ਹੋਰਾਂ ਤੋਂ ਆਇਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਜਿਸ ਤਰ੍ਹਾਂ ਰਾਜਸਥਾਨ APMC ਐਕਟ 'ਚ ਉਹ ਤਰਮੀਮ ਕਰਕੇ ਸਾਰੇ ਵੇਅਰ ਹਾਊਸਿਸ ਨੂੰ ਉਹ ਕਰ ਦਿੱਤਾ ਗਿਆ ਸੀਗਾ ਜਿੱਥੋਂ ਪ੍ਰੋਕਿਉਰਮੈਂਟ ਹੋ ਸਕਦੀ ਸੀ, ਇਸ ਤਰ੍ਹਾਂ ਹੀ ਪੰਜਾਬ ਸਰਕਾਰ ਪੂਰੇ ਸੂਬੇ ਨੂੰ ਇੱਕ ਜ਼ੋਨ ਮੰਡੀ ਡਿਕਲੇਅਰ ਕਰ ਦੇ। ਨਹੀਂ, ਪਰ ਤੁਸੀਂ ਰਾਜ ਸਰਕਾਰਾਂ ਨੂੰ ਇਹ ਖੱਜਲ ਖੁਆਰੀ 'ਚ ਕਿਉਂ ਪਾ ਰਹੇ ਹੈਗੇ? ਕੇਂਦਰ ਸਰਕਾਰ ਇਹ ਕਾਨੂੰਨ ਕਿਉਂ ਨਹੀਂ ਵਾਪਸ ਦਿੰਦੀ? ਜਾਂ ਕੇਂਦਰ ਸਰਕਾਰ ਕਾਨੂੰਨ 'ਚ ਕਿਉਂ ਨਹੀਂ ਲਿਖਦੀ ਹੈਗੀ ਕਿ ਅਗਲੇ 10 ਸਾਲ ਤੱਕ MSP ਜਾਰੀ ਰਹੂਗੀ, ਪਬਲਿਕ ਪ੍ਰੋਕਿਉਰਮੈਂਟ ਜਾਰੀ ਰਹੂਗੀ, ਔਰ ਜੇ ਕੋਈ ਵੀ ਕਰਾਰ MSP ਤੋਂ ਘੱਟ ਹੁੰਦਾ ਹੈਗਾ, ਜਿਨ੍ਹਾਂ ਫਸਲਾਂ 'ਤੇ MSP ਦਿੱਤੀ ਜਾਂਦੀ ਹੈਗੀ ਹੈ, ਉਹ ਕਰਾਰ ਨਲ ਐਂਡ ਵੋਇਡ ਹੋਏਗਾ। ਉਹ ਬਿਲਕੁਲ ਉਹਦੀ ਕੋਈ ਮਾਨਤਾ ਨਹੀਂ ਹੋਊਗੀ। ਸਰਕਾਰ ਕਾਨੂੰਨ 'ਚ ਇਹ ਕਿਉਂ ਨਹੀਂ ਲਿਖ ਦਿੰਦੀ ਹੈਗੀ? ਮੈਂ ਵੀ ਅੱਜ ਅਖਬਾਰ 'ਚ ਪੜ੍ਹਿਆ ਹੈ ਕਿ ਪੰਜਾਬ ਸਰਕਾਰ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਪੂਰੇ ਪੰਜਾਬ ਨੂੰ ਇਹ ਮੰਡੀ ਘੋਸ਼ਿਤ ਕਰਤਾ ਜਾਵੇ। ਕੱਲ੍ਹ ਨੂੰ ਕੋਈ ਉਹਨੂੰ ਚੁਣੌਤੀ ਦੇਊਗਾ, ਆਪਣਾ ਕਾਨੂੰਨ 'ਚ ਜਾਊਗਾ ਕਿ ਤੁਸੀਂ ਕਿਸੇ ਦੇ ਘਰ ਨੂੰ ਕਿਵੇਂ ਮੰਡੀ ਡਿਕਲੇਅਰ ਕਰ ਸਕਦੇ ਹੈਗੇ ਹੋ। ਸੋ ਇਸ ਲਈ ਕਿਸਾਨਾਂ ਨੂੰ ਬਚਾਉਣ ਵਾਸਤੇ ਜਿਹੜੀਆਂ ਸੂਬੇ ਦੀ ਸਰਕਾਰਾਂ ਨੇ ਉਹ ਵੱਖ-ਵੱਖ ਚੀਜ਼ਾਂ ਸੋਚ ਰਹੀਆਂ ਨੇ ਕਿ ਕਿਸ ਤਰ੍ਹਾਂ ਇਸ ਕਾਨੂੰਨ ਦੇ ਦਾਇਰੇ 'ਚੋਂ ਨਿਕਲਿਆ ਜਾ ਸਕੇ। ਪਰ ਬੁਨਿਆਦੀ ਸਵਾਲ ਤਾਂ ਇਹ ਹੈ ਕਿ ਸੂਬੇ ਸਰਕਾਰਾਂ ਨੂੰ ਇਹ ਕਰਨਾ ਕਿਉਂ ਪਵੇ? ਆਪਣਾ ਕੇਂਦਰ ਸਰਕਾਰ ਇਹ ਕਾਨੂੰਨ ਜਾਂ ਤਾਂ ਵਾਪਸ ਲਵੇ ਜਾਂ ਕਾਨੂੰਨ ਸਾਫ਼ ਤੌਰ 'ਤੇ ਲਿਖੇ ਕਿ ਜਿਹੜਾ ਤਾਂ ਤੁਹਾਡੇ ਕਾਨੂੰਨ ਹੈਗਾ ਆਪਣਾ ਕੰਟਰੈਕਟ ਫਾਰਮਿੰਗ ਵਾਲਾ, ਉਹਦੇ 'ਚ ਲਿਖੇ ਕਿ ਭਈ ਜੇ ਕੋਈ ਵੀ ਕਰਾਰ MSP ਤੋਂ ਘੱਟ ਕੀਤਾ ਜਾ ਰਿਹਾ ਹੈ, ਜਿਸ ਫਸਲ 'ਤੇ MSP ਦਿੱਤੀ ਜਾਂਦੀ ਹੈ, ਉਹ ਕਰਾਰ ਨਲ ਐਂਡ ਵੋਇਡ ਹੈ, ਉਹ ਹੋ ਹੀ ਨਹੀਂ ਸਕਦਾ ਹੈਗਾ।
ਔਰ ਜਿੱਥੇ ਤੱਕ ਤੁਹਾਡੇ ਖਰੀਦ ਦਾ ਸਵਾਲ ਹੈ, ਉਹਦੇ 'ਚ ਵੀ ਇਹ ਲਿਖਿਆ ਜਾਵੇ ਕਿ ਬਈ ਜਿਹੜੀ ਖਰੀਦ MSP ਤੋਂ ਘੱਟ ਹੋਏਗੀ ਉਹ ਟਰੇਡ ਅਲਾਊਡ ਹੀ ਨਹੀਂ ਹੋਏਗੀ। ਪਰ ਗੱਲ ਇਹ ਹੈ ਕਿ ਜਦੋਂ ਲੱਖਾਂ ਲੱਖਾਂ ਟਰੇਡਸ ਹੋਣਗੀਆਂ, ਲੱਖਾਂ ਲੱਖਾਂ ਕਰਾਰ ਹੋਣਗੇ, ਤਾਂ ਤੁਹਾਡੇ ਕੋਲ ਕਿਹੜਾ ਮੈਕੈਨਿਜ਼ਮ ਹੈਗਾ ਕਿ ਤੁਸੀਂ ਉਹਨੂੰ ਮੋਨੀਟਰ ਕਰ ਲਓਗੇ? ਇਹ ਤਾਂ ਕ੍ਰਿਸ਼ੀ ਭਵਨ 'ਚ ਬੈਠ ਕੇ ਜਿਨ੍ਹਾਂ ਲੋਕਾਂ ਨੂੰ, ਜਾਂ ਉਦਯੋਗ ਭਵਨ 'ਚ ਬੈਠ ਕੇ ਜਿਨ੍ਹਾਂ ਲੋਕਾਂ ਨੂੰ ਨਾ ਖੇਤੀਬਾੜੀ ਦੀ ਸਮਝ ਹੈ, ਨਾ ਇਹ ਪਤਾ ਹੈਗਾ ਕਿ ਕਿਸਾਨ ਕਿੰਨੀ ਮਿਹਨਤ ਨਾਲ ਆਪਣੀ ਫਸਲ ਉਗਾਉਂਦਾ ਹੈਗਾ ਔਰ ਉਹਦੀ ਰੋਜ਼ੀ ਰੋਟੀ ਕਿਵੇਂ ਚੱਲਦੀ ਹੈਗੀ ਹੈ, ਬਗੈਰ ਉਹਨਾਂ ਦੀ ਦੁੱਖ ਤਕਲੀਫ ਸਮਝੇ ਇਹ ਏਅਰ ਕੰਡੀਸ਼ਨਡ ਕਮਰਿਆਂ 'ਚ ਬਣਾਏ ਗਏ ਕਾਨੂੰਨ ਨੇ। ਔਰ ਇਹ ਕਾਨੂੰਨ ਬਿਲਕੁਲ ਹੀ ਇੰਪ੍ਰੈਕਟੀਕਲ ਨੇ। ਜਾਂ ਤਾਂ ਇਹਦੀ ਮਨਸ਼ਾ ਬਿਲਕੁਲ ਸਾਫ਼ ਹੈ ਕਿ ਹਿੰਦੁਸਤਾਨ ਦੀ ਕਿਸਾਨੀ ਨੂੰ ਖ਼ਤਮ ਕਰਕੇ, ਕਿਸਾਨਾਂ ਦੀ ਆਜ਼ਾਦੀ ਨੂੰ ਖ਼ਤਮ ਕਰਕੇ, MSP ਨੂੰ ਖ਼ਤਮ ਕਰਕੇ, ਪਬਲਿਕ ਪ੍ਰੋਕਿਉਰਮੈਂਟ ਨੂੰ ਖ਼ਤਮ ਕਰਕੇ ਕਿਸਾਨਾਂ ਨੂੰ ਕਾਰਪੋਰੇਟਸ ਦੇ ਗੁਲਾਮ ਬਣਾ ਦਿਓ। ਜੇ ਤਾਂ ਇਹ ਮਨਸ਼ਾ ਹੈਗੀ ਹੈ ਤਾਂ ਫਿਰ ਤਾਂ ਇਹ ਕਾਨੂੰਨ ਸਮਝ ਆਉਂਦੇ ਨੇ। ਜੇ ਇਹ ਮਨਸ਼ਾ ਨਹੀਂ ਹੈ, ਫਿਰ ਜਿਹਨੇ ਕਾਨੂੰਨ ਬਣਾਏ ਨੇ ਨਾ ਉਹਨੂੰ ਖੇਤੀਬਾੜੀ ਦੀ ਸਮਝ ਹੈ, ਨਾ ਉਹਨੂੰ ਖਿੱਤੇ ਦੀ ਸਮਝ ਹੈ, ਔਰ ਨਾ ਉਹਨੂੰ ਫਸਲ ਦੀ ਸਮਝ ਹੈ, ਨਾ ਉਹਨੂੰ ਮੰਡੀ ਦੀ ਸਮਝ ਹੈ, ਔਰ ਨਾ ਹੀ ਉਹਨੂੰ ਆੜਤੀ ਦੀ ਸਮਝ ਹੈ। ਤੁਸੀਂ ਗੱਲ ਕੀਤੀ ਆੜਤੀਆਂ ਦੀ, ਤੇ ਇੱਕ ਸਵਾਲ ਮੇਰਾ ਆੜਤੀਆਂ ਨੂੰ ਲੈ ਕੇ ਵੀ ਹੈ ਕਿ ਆੜਤੀਆਂ ਦਾ ਜਿਹੜਾ ਇਸ ਕਾਨੂੰਨ 'ਚ ਉਹਨਾਂ ਦੀ ਸੁਰੱਖਿਆ ਬਾਰੇ ਕੁਝ ਨਹੀਂ ਹੈ, ਤੇ ਉਹ ਇੱਕ ਖਦਸ਼ਾ ਜਿਹੜਾ ਪ੍ਰਗਟਾਇਆ ਜਾ ਰਿਹਾ ਉਹ ਇਹ ਵੀ ਹੈ ਕਿ ਆੜਤੀਆਂ ਦੀ ਜਿਹੜੀ ਹੋਂਦ ਹੈ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਏਗੀ। ਦੇਖੋ, ਹਿੰਦੁਸਤਾਨ ਦੀ ਜਿਹੜੀ ਰੂਰਲ ਇਕੋਨਮੀ ਹੈ, ਜਿਹੜੇ ਖੇਤੀਬਾੜੀ ਜਾਂ ਪੇਂਡੂ ਖੇਤਰ ਦੀ ਪੇਂਡੂ ਖੇਤਰ ਦੀ ਜਿਹੜੀ ਅਰਥ ਵਿਵਸਥਾ ਹੈ, ਜਿਹੜਾ ਆੜਤੀ ਹੈ ਉਹਦਾ ਇੱਕ ਕਿਸਮ ਨਾਲ ਰੀੜ੍ਹ ਦੀ ਹੱਡੀ ਹੈਗੀ। ਮੈਨੂੰ ਯਾਦ ਹੈ 2009 ਦੀ ਲੋਕ ਸਭਾ ਦੇ ਵਿੱਚ ਉਦੋਂ ਵਿਰੋਧੀ ਧੜੇ ਦੇ ਨੇਤਾ ਬੀਬੀ ਸੁਸ਼ਮਾ ਸਵਰਾਜ ਜੀ ਹੁੰਦੇ ਸੀਗੇ, ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਔਰ ਉਹਨਾਂ ਨੇ ਲੋਕ ਸਭਾ 'ਚ ਕਿਹਾ ਸੀਗਾ, ਕਹਿੰਦੇ ਕਿ ਜਿਹੜਾ ਆੜਤੀ ਹੈ ਉਹ ਤਾਂ ਕਿਸਾਨ ਦਾ ਪਰਮਾਨੈਂਟ ATM ਹੈ, ਔਰ ਕਿਸਾਨ ਸਿਰਫ ਉਸ ਨੂੰ ਜਾ ਕੇ ਫਸਲ ਨਹੀਂ ਵੇਚਦਾ ਹੈਗਾ ਔਰ ਫਸਲ ਵੇਚ ਕੇ ਉਸ ਤੋਂ ਪੈਸੇ ਨਹੀਂ ਲੈਂਦਾ ਹੈਗਾ। ਜੇ ਕਿਸਾਨ ਨੂੰ ਕੋਈ ਹੋਰ ਲੋੜ ਪੈ ਜਾਂਦੀ ਹੈ, ਕੋਈ ਬਿਮਾਰੀ ਆ ਜਾਂਦੀ ਹੈ ਘਰ ਦੇ ਵਿੱਚ, ਕੋਈ ਹੋਰ ਬੱਚੇ ਦੀ ਫੀਸ ਦੇਣ ਦੀ ਲੋੜ ਪੈ ਜਾਂਦੀ ਹੈਗੀ ਹੈ, ਤਾਂ ਵੀ ਉਹ ਜਾ ਕੇ ਆੜਤੀ ਤੋਂ ਪੈਸੇ ਲੈ ਲੈਂਦਾ ਹੈਗਾ ਔਰ ਜਦੋਂ ਫਸਲ ਆਉਂਦੀ ਹੈਗੀ ਹੈ ਉਦੋਂ ਪੈਸੇ ਚੁਕਾ ਦਿੰਦਾ ਹੈਗਾ। ਅਤੇ ਇਸ ਲਈ ਜੇ ਤੁਸੀਂ ਆੜਤ ਨੂੰ ਔਰ ਆੜਤੀਆਂ ਨੂੰ ਹਿੰਦੁਸਤਾਨ ਦੀ ਰੂਰਲ ਇਕੋਨਮੀ 'ਚੋਂ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰੋਗੇ, ਉਹਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੋਗੇ, ਪਹਿਲਾਂ ਤਾਂ ਇਹ ਹੋਊਗਾ ਨਹੀਂ। ਔਰ ਜੇ ਹੋਏਗਾ ਤਾਂ ਉਹਦਾ ਫਿਰ ਬਹੁਤ ਹੀ ਦੂਰਗਾਮੀ परिणाम ਕਿਸਾਨਾਂ 'ਤੇ, ਕਿਸਾਨੀ 'ਤੇ ਔਰ ਰੂਰਲ ਇਕੋਨਮੀ 'ਤੇ ਪਏਗਾ। ਕਿਸਾਨਾਂ ਦੇ ਬਿੱਲਾਂ ਦੀ ਜਦੋਂ ਹੀ ਗੱਲ ਹੁੰਦੀ ਹੈ ਤਾਂ ਨਾਲ ਨਾਲ ਸੂਬਾਈ ਸਿਆਸਤ ਵੱਲ ਵੀ ਥੋੜ੍ਹੀ ਸਰਗਰਮੀ ਜਿਹੜੀ ਹੈ ਉਹ ਵੱਧ ਗਈ ਹੈ। ਸੂਬਾਈ ਸਿਆਸਤ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕੇਂਦਰਤਾ ਤਾਂ ਨਿਸ਼ਾਨਾ ਹੈ ਹੀ, ਪਰ ਜ਼ਿਆਦਾ ਤਿੱਖੇ ਹਮਲੇ ਉਹ ਪੰਜਾਬ ਸਰਕਾਰ 'ਤੇ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਿਹੜਾ ਹੈ, ਜੇ ਉਹਨਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਇੰਨੀ ਹੀ ਜ਼ਿਆਦਾ ਚਿੰਤਾ ਹੈ ਤਾਂ ਉਹ ਸਟੇਟ APMC ਐਕਟ ਜਿਹੜਾ 2017 'ਚ ਲਿਆਇਆ ਹੈ ਉਹਨੂੰ ਪਹਿਲਾਂ ਬਦਲਣ। ਦੇਖੋ, ਸਟੇਟ APMC ਐਕਟ ਦੇ ਨਾਲ ਪਿਛਲੇ ਜਿਹੜੀਆਂ 8 ਫਸਲਾਂ ਚੱਕੀਆਂ ਗਈਆਂ ਨੇ ਜਾਂ 7 ਫਸਲਾਂ ਚੱਕੀਆਂ ਗਈਆਂ ਨੇ, ਸਾਰੀਆਂ MSP 'ਤੇ ਚੱਕੀਆਂ ਗਈਆਂ ਨੇ, ਸਾਰੀਆਂ ਮੰਡੀਆਂ 'ਚੋਂ ਚੱਕੀਆਂ ਗਈਆਂ ਨੇ। ਇਹਦਾ ਬਿਲਕੁਲ ਮਤਲਬ ਸਾਫ਼ ਹੈ ਕਿ APMC ਐਕਟ ਦਾ ਉਹਨਾਂ ਫਸਲਾਂ ਦੇ ਉੱਪਰ ਕੋਈ ਅਸਰ ਨਹੀਂ ਪਿਆ ਹੈਗਾ। ਤੋ ਇਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਦੋਂ ਇਹ ਆਰਡੀਨੈਂਸ ਕੈਬਨਿਟ ਨੇ ਅਪਰੂਵ ਕੀਤੇ ਤਾਂ ਉਹਨਾਂ ਦੀ ਸਤਿਕਾਰਯੋਗ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਦੀ ਵਜ਼ੀਰ ਸਨ ਔਰ ਉਹਨਾਂ ਦੀ ਮੌਜੂਦਗੀ 'ਚ ਉਹਨਾਂ ਦੇ ਰਾਏ ਮਸ਼ਵਰੇ ਨਾਲ ਇਹ ਆਰਡੀਨੈਂਸ ਅਪਰੂਵ ਕੀਤੇ ਗਏ। ਉਹਨਾਂ ਨੇ ਉਸ ਟਾਈਮ ਕਿਉਂ ਨਹੀਂ ਅਸਤੀਫਾ ਦਿੱਤਾ? ਕੀ ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਕਿਸਾਨਾਂ ਨੂੰ ਇਹ ਦੱਸਣਗੇ ਕਿ ਜਦੋਂ ਕੈਬਨਿਟ ਦੇ ਵਿੱਚ ਇਹ ਆਰਡੀਨੈਂਸ ਲਿਆਏ ਗਏ ਤਾਂ ਕਿਆ ਉਹਨਾਂ ਨੇ ਨੋਟ ਆਫ ਡਾਇਸੈਂਟ ਦਿੱਤਾ ਸੀਗਾ? ਕਿਆ ਉਹਨਾਂ ਦਾ ਨੋਟ ਆਫ ਡਾਇਸੈਂਟ ਰਿਕਾਰਡਡ ਹੈ ਕੈਬਨਿਟ ਦੇ ਮਿੰਟਸ ਦੇ ਵਿੱਚ? ਇਹ ਤਾਂ 3 ਮਹੀਨੇ ਬਿਆਨ ਦਿੰਦੇ ਰਹੇ ਕਿ ਵੀ ਕਿਸਾਨਾਂ ਦੇ ਹੱਕ 'ਚ ਨੇ ਆਰਡੀਨੈਂਸ, ਔਰ ਹੁਣ ਜਦੋਂ ਦੇਖਿਆ ਕਿ ਬਈ ਸਾਰੀ ਕਿਸਾਨੀ ਉੱਠ ਖੜੀ ਹੋਈ ਹੈ ਤੇ ਫਿਰ ਆਨਨ ਫਾਨਨ 'ਚ ਆਪਣੀ ਪੋਜੀਸ਼ਨ ਬਚਾਉਣ ਵਾਸਤੇ ਕੇਂਦਰ ਸਰਕਾਰ ਤੋਂ ਇਸਤੀਫਾ ਦੇ ਦਿੱਤਾ।
ਇਹ ਤਾਂ ਬਹੁਤ ਵੱਡਾ ਧੋਖਾ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਦੇ ਵਿੱਚ ਆਪਣਾ ਵਿਰੋਧ ਦਰਜ ਕਰਨਾ ਚਾਹੀਦਾ ਸੀਗਾ, ਉੱਥੇ ਆਪਣਾ ਡਾਇਸੈਂਟ ਨੋਟ ਲਿਖਾਉਣਾ ਚਾਹੀਦਾ ਸੀ, ਕੈਬਨਿਟ 'ਚੋਂ ਵਾਕਆਊਟ ਕਰਨਾ ਚਾਹੀਦਾ ਸੀ ਔਰ ਉਸੇ ਦਿਨ ਇਸਤੀਫਾ ਦੇਣਾ ਚਾਹੀਦਾ ਸੀਗਾ। ਤਾਂ ਇਹਨਾਂ ਦੀ ਕੋਈ ਗੱਲ ਸਮਝ ਆਉਂਦੀ। ਇਹ ਹੁਣ ਕਹਿੰਦੇ ਨੇ ਜਿਹੜਾ ਡਰਾਮਾ ਕੀਤਾ ਹੈਗਾ ਲੋਕ ਸਭਾ ਦੇ ਵਿੱਚ, ਇਹ ਸਾਰੇ ਸਮਝਦੇ ਨੇ ਕਿ ਬਈ ਇਹ ਡਰਾਮਾ ਹੀ ਹੈਗਾ, ਨਾ ਕਿਸਾਨਾਂ ਨਾਲ ਔਰ ਨਾ ਹੀ ਕਿਸਾਨੀ ਨਾਲ ਇਹਨਾਂ ਦਾ ਕੋਈ ਪ੍ਰੇਮ ਹੈ। ਜਦੋਂ ਗੱਲ ਰਾਏ ਮਸ਼ਵਰੇ ਦੀ ਚੱਲ ਰਹੀ ਹੈ ਤਾਂ ਤੋਮਰ ਹੋਰਾਂ ਨੇ ਲੋਕ ਸਭਾ 'ਚ ਇਹ ਵੀ ਕਿਹਾ ਸੀ ਕਿ ਇਹ ਬਿੱਲ ਜਿਹੜਾ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਸਲਾਹ ਕੀਤੀ ਗਈ ਸੀ ਅਤੇ ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਸੀ। ਉਸ ਤੋਂ ਬਾਅਦ ਜਿਹੜੀ ਇੱਕ ਹੋਰ ਮੀਟਿੰਗ ਹੋਈ ਹੈ ਉਹਦੇ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਹਿੱਸਾ ਲਿਆ ਸੀਗਾ। ਦੇਖੋ, ਕੈਪਟਨ ਅਮਰਿੰਦਰ ਸਿੰਘ ਜੀ ਨੇ ਤਾਂ ਬਿਲਕੁਲ ਸਿਰੇ ਤੋਂ ਇਸ ਗੱਲ ਨੂੰ ਖਾਰਿਜ ਕੀਤਾ ਹੈ ਔਰ ਮੈਂ ਅੱਜ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਦਾ ਬਿਆਨ ਪੜ੍ਹ ਰਿਹਾ ਸੀਗਾ, ਹਿੰਦੂ ਅਖਬਾਰ ਛਪਿਆ ਹੈ, ਜਿੱਥੇ ਉਹਨਾਂ ਨੇ ਬਹੁਤ ਹੀ ਕੜੇ ਸ਼ਬਦਾਂ ਦੇ ਵਿੱਚ, ਬਹੁਤ ਹੀ ਤਿੱਖੇ ਸ਼ਬਦਾਂ ਦੇ ਵਿੱਚ ਇਹਨਾਂ ਕਾਨੂੰਨਾਂ ਦੀ ਨਿੰਦਾ ਕੀਤੀ ਹੈਗੀ ਹੈ। ਤਾਂ ਇਸ ਲਈ ਜੇ ਇਹ ਪਾਰਟੀ ਸੀਗੇ ਤਾਂ ਇਸ ਤਰ੍ਹਾਂ ਥੋੜ੍ਹੀ ਨਿੰਦਾ ਕਰਦੇ। ਇਹ ਤਾਂ NDA ਭਾਜਪਾ ਸਰਕਾਰ ਦਾ ਇੱਕ ਪੁਰਾਣਾ ਤਰੀਕਾ ਹੈਗਾ ਕਿ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਕਹਿ ਦਿੰਦੇ ਨੇ ਜੀ ਕਾਂਗਰਸੀ ਵੀ ਮਦਦ ਕਰਦੇ ਨੇ, ਫਲਾਣੇ ਵੀ ਮਦਦ ਕਰਦੇ ਨੇ। ਕਾਂਗਰਸ ਦਾ ਕੱਲ੍ਹ ਵੀ ਇਹਨਾਂ ਕਾਨੂੰਨਾਂ ਨਾਲ ਵਿਰੋਧ ਸੀ, ਅੱਜ ਵੀ ਹੈ ਔਰ ਕੱਲ੍ਹ ਵੀ ਰਹੇਗਾ। ਇੱਕ ਇਤਰਾਜ਼ ਹੋਰ ਪ੍ਰਗਟਾਇਆ ਜਾ ਰਿਹਾ ਸੂਬਾ ਸਰਕਾਰ ਨੂੰ ਹੀ ਲੈ ਕੇ। ਉਹ ਮੋਂਟੈਗ ਸਿੰਘ ਆਲੂਵਾਲੀਆ ਜੀ ਨੇ ਇੱਕ ਕਮੇਟੀ ਬਣਾਈ ਸੀ ਜਿਹਦੀ ਰਿਪੋਰਟ ਜਦੋਂ ਉਹਨਾਂ ਨੇ ਪੇਸ਼ ਕੀਤੀ ਤਾਂ ਉਹਦੇ ਵਿੱਚ ਕਮੋਵੇਸ਼ ਉਹੀ ਸਾਰੀਆਂ ਗੱਲਾਂ ਜੋ ਹੁਣ ਕੇਂਦਰ ਸਰਕਾਰ ਵੱਲੋਂ ਆ ਰਹੀਆਂ ਨੇ, ਉਹੀ ਉਹਨਾਂ ਦੀਆਂ ਹੀ ਸਿਫਾਰਿਸ਼ਾਂ ਉਹਨਾਂ ਨੇ ਕੀਤੀ। ਨਿੱਜੀ ਨਿਵੇਸ਼ ਉਹਨਾਂ 'ਚੋਂ ਇੱਕ ਹੈ। ਇੱਦਾਂ ਹੈ ਉਪਮਾ ਜੀ ਕਿ ਕਿਸਾਨੀ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਇੱਕ ਸਮੱਸਿਆ ਹੈਗੀ। ਦੇਖੋ 1970 ਤੋਂ ਜਦ ਤੋਂ 1947 ਤੋਂ ਜਦ ਤੋਂ ਕਿਸਾਨਾਂ ਨੂੰ, ਕਾਸ਼ਤਕਾਰਾਂ ਨੂੰ ਆਪਣੀ ਜ਼ਮੀਨ ਦੀ ਮਲਕੀਅਤ ਦਿੱਤੀ ਗਈ, ਉਹ ਜ਼ਮੀਨ ਕਿਉਂਕਿ ਉਹਨਾਂ ਦੇ ਅੱਗੇ ਬੱਚੇ ਹੋਏ, ਬੱਚਿਆਂ ਦੇ ਬੱਚੇ ਹੋਏ, ਅੱਗੇ ਬੱਚੇ ਹੋਏ, ਤਾਂ ਜ਼ਮੀਨ ਕਹਿੰਦੇ ਨੇ ਵੰਡੀ ਗਈ ਪਰਿਵਾਰਾਂ ਦੇ ਵਿੱਚ ਔਰ ਅੱਜ 86% ਪੰਜਾਬ ਕੋਲੇ 4 ਏਕੜ ਤੋਂ ਘੱਟ ਜ਼ਮੀਨ ਹੈ। ਸੋ ਜੇ ਤੁਹਾਡੇ ਕੋਲ 4 ਏਕੜ ਤੋਂ ਘੱਟ ਜ਼ਮੀਨ ਹੋਊਗੀ ਤਾਂ ਓਬਵੀਅਸਲੀ ਉਹਦੀ ਜਿਹੜੀ ਪੈਦਾਵਾਰ ਹੈ, ਜਿਹਨੂੰ ਇਕੋਨਮੀਜ਼ ਆਫ ਸਕੇਲ ਕਹਿੰਦੇ ਨੇ ਅੰਗਰੇਜ਼ੀ 'ਚ, ਉਹ ਨਹੀਂ ਬਣਦੀਆਂ ਹੈਗੀਆਂ। ਅੱਛਾ, ਪੰਜਾਬ ਦੇ ਵਿੱਚ ਜਿਹੜਾ ਜ਼ਮੀਨੀ ਪਾਣੀ ਹੈ ਉਹ ਵੀ ਪਿਛਲੇ 30-40 ਵਰ੍ਹਿਆਂ 'ਚ ਬਹੁਤ ਘੱਟ ਗਿਆ ਹੈਗਾ। ਜਿੱਥੇ 8 ਫੁੱਟ 'ਤੇ ਪਾਣੀ ਸੀ ਉੱਥੇ 800 ਫੁੱਟ 'ਤੇ ਪਾਣੀ ਚਲਾ ਗਿਆ ਹੈਗਾ। ਪਰ ਇਹਨਾਂ ਸਮੱਸਿਆਵਾਂ ਦਾ ਹੱਲ ਉਹ ਨਹੀਂ ਹੈ ਜਿਹੜਾ NDA ਭਾਜਪਾ ਸਰਕਾਰ ਨੇ ਕੱਢਿਆ ਹੈਗਾ ਇਹਨਾਂ ਕਾਨੂੰਨਾਂ ਰਾਹੀਂ। ਜਿੱਥੇ ਤੱਕ ਰਹੀ ਮੋਂਟੇਗ ਸਿੰਘ ਆਲੂਵਾਲੀਆ ਕਮੇਟੀ ਦੀ ਗੱਲ ਜਾਂ ਕਿਸੇ ਹੋਰ ਕਮੇਟੀ ਦੀ ਗੱਲ, ਦੇਖੋ ਕਮੇਟੀਜ਼ ਇੱਕ ਐਕੈਡਮਿਕ ਐਕਸਰਸਾਈਜ਼ ਕਰਦੀਆਂ, ਉਹ ਬਹੁਤ ਸਾਰੀਆਂ ਸਿਫਾਰਸ਼ਾਂ ਕਰਦੀਆਂ ਨੇ ਕਿ ਬਈ ਇੱਕ ਸਮੱਸਿਆ ਨੂੰ ਨਿਪਟਣ ਵਾਸਤੇ ਕਿਸ ਤਰ੍ਹਾਂ ਨਾਲ ਉਹਨਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਪਰ ਇਹ ਸਰਕਾਰ ਦੇ ਉੱਪਰ ਨਿਰਭਰ ਕਰਦਾ ਹੈਗਾ ਕਿ ਸਾਰੀ ਚੀਜ਼ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕਿਹੜਾ ਸਭ ਤੋਂ ਬੈਸਟ ਸੋਲੂਸ਼ਨ ਹੈ, ਕਿਹੜਾ ਸਭ ਤੋਂ ਆਪਟੀਮਮ ਸੋਲੂਸ਼ਨ ਹੈ। ਤੋ ਇਸ ਲਈ ਇਹ ਤਾਂ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈਗੀ ਹੈ। ਹਰ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਸੇ ਕਮੇਟੀ ਬਾਰੇ, ਇਹ ਕੋਈ ਜ਼ਰੂਰੀ ਥੋੜ੍ਹੀ ਹੈ ਕਿ ਸਰਕਾਰ ਉਹਨੂੰ ਐਕਸੈਪਟ ਕਰੇ। ਇਹ ਸਨ ਸਾਡੇ ਨਾਲ ਮਨੀਸ਼ ਤਿਵਾਰੀ ਜੀ, ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਕਿਸਾਨੀ ਖਿੱਤੇ ਨਾਲ, ਖੇਤੀਬਾੜੀ ਖਿੱਤੇ ਨਾਲ ਸਮੱਸਿਆਵਾਂ ਤਾਂ ਹੈ ਪਰ ਉਹਨਾਂ ਦਾ ਹੱਲ ਉਹ ਨਹੀਂ ਹੋਣਾ ਚਾਹੀਦਾ ਜੋ ਸਰਕਾਰ ਸਾਹਮਣੇ ਪੇਸ਼ ਕਰ ਰਹੀ ਹੈ। ਦੂਜਾ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਬਿੱਲ ਸਰਕਾਰ ਲਿਆਈ ਹੈ ਇਹ ਸਾਰੇ ਹੀ ਗੈਰ ਸੰਵਿਧਾਨਿਕ ਹੈ, ਜਿਨ੍ਹਾਂ ਨੂੰ ਪੂਰੇ ਸੰਸਦੀ ਅਮਲ ਦੇ ਨਾਲ ਵੀ ਪਾਸ ਨਹੀਂ ਕੀਤਾ ਗਿਆ।